ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8th ਚੈਪਟਰ 11 ਮੈਂਸੂਰੇਸ਼ਨ, ਜਿਸ ਨੂੰ ਅਸੀਂ ਖੇਤਰ ਮਿਤੀ ਵੀ ਕਹਿ ਦਿੰਦੇ ਆ। ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਹੁਣ ਫਾਈਨਲ ਦੀ ਤਿਆਰੀ ਦੇ ਲਈ ਆਪਣੀ ਸੀਰੀਜ਼ ਸਟਾਰਟ ਕਰ ਚੁੱਕੇ ਹਾਂ। 6th ਚੈਪਟਰ ਦੀ ਵੀਡੀਓ ਮੈਂ ਤੁਹਾਡੇ ਲਈ ਬਣਾ ਚੁੱਕਿਆ। ਮੇਰੀ ਵੀਡੀਓ ਤੁਹਾਨੂੰ ਲਗਾਤਾਰ ਕੰਟੀਨਿਊਸਲੀ ਮਿਲਦੀਆਂ ਰਹਿਣਗੀਆਂ ਔਰ ਤੁਸੀਂ ਆਪਣੀ ਤਿਆਰੀ ਹੈ ਉਹ ਨਾਲ ਦੀ ਨਾਲ ਆਪਣੇ ਕਰਦੇ ਜਾਓ, ਤਾਂ ਜੋ ਤੁਹਾਨੂੰ ਫਾਈਨਲ ਦੇ ਐਗਜ਼ਾਮ ਦੇ ਵਿੱਚ ਤਿਆਰੀ ਕਰਨ ਲਈ ਬਿਲਕੁਲ ਹੀ ਮੁਸ਼ਕਲ ਨਾ ਆਵੇ। ਤੁਹਾਨੂੰ ਇਸ ਚੈਪਟਰ ਤੋਂ ਇਲਾਵਾ ਹੋਰ ਕਿਹੜਾ ਚੈਪਟਰ ਤੁਹਾਨੂੰ ਔਖਾ ਲੱਗਦਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦਾ ਚੈਪਟਰ ਮੈਂਸੂਰੇਸ਼ਨ। ਮੈਂ ਲਾਸਟ ਆਪਣੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸੀ ਤੇ ਤੁਹਾਨੂੰ ਇਸ ਵੀਡੀਓ ਵਿੱਚ ਵੀ ਇੱਕ ਵਾਰੀ ਯਾਦ ਕਰਾ ਦਿੰਦਾ ਕਿ ਇਸ ਸਟਰਕਚਰ ਦੇ ਅਕੋਰਡਿੰਗ ਜਿਹੜਾ ਹੈ ਤੁਹਾਨੂੰ ਉਹ ਕੁਐਸਚਨ ਜਿਹੜੇ ਨੇ ਤੁਹਾਡੇ ਐਗਜ਼ਾਮ ਦੇ ਵਿੱਚ ਆਉਣਗੇ। जोर से बोल के लोगों को स्कीमें बता दे। ਔਰ ਜਿਹੜਾ ਚੈਪਟਰ ਅਸੀਂ ਸਟਾਰਟ ਕਰਨ ਲੱਗੇ ਹਾਂ ਮੈਂਸੂਰੇਸ਼ਨ, ਜਿਸ ਨੂੰ ਅਸੀਂ ਖੇਤਰ ਮਿਤੀ ਵੀ ਕਹਿ ਦਿੰਦੇ ਆ, ਔਰ ਉਸ ਦੇ ਵਿੱਚ ਟੋਟਲ ਜਿਹੜੇ ਨੇ ਤੁਹਾਡੇ ਕੋਲ 9 ਨੰਬਰ ਦੇ ਤੁਹਾਨੂੰ ਕੁਐਸਚਨ ਆਉਣਗੇ। 1 ਨੰਬਰ ਦੇ ਤੁਹਾਡੇ ਕੋਲ 3 ਕੁਐਸਚਨ ਐਂਡ ਇੱਕ 6 ਨੰਬਰ ਦਾ ਜਿਹੜਾ ਵੱਡਾ ਕੁਐਸਚਨ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਜ਼ਰੂਰ ਆਏਗਾ। ਸੋ ਇਹ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ ਔਰ ਸਟੂਡੈਂਟ ਜਿਹੜੇ ਨੇ ਇਸ ਚੈਪਟਰ ਦੇ ਵਿੱਚ ਕਨਫਿਊਜ਼ ਵੀ ਬਹੁਤ ਹੁੰਦੇ ਨੇ ਤੇ ਮੈਂ ਤੁਹਾਨੂੰ ਬਹੁਤ ਹੀ ਈਜ਼ੀਲੀ ਤਰੀਕੇ ਦੇ ਨਾਲ ਇਹ ਚੈਪਟਰ ਸਮਝਾ ਦਾਂਗਾ। क्या बात है। तो चलो जी फिर स्टार्ट करते हैं आज का चैप्टर मैंसੂਰੇਸ਼ਨ। मैंसੂਰੇਸ਼ਨ ਵਿੱਚ ਸਟੂਡੈਂਟ ਤੁਹਾਨੂੰ ਦੋ ਚੀਜ਼ਾਂ ਸਮਝਣੀਆਂ ਜ਼ਰੂਰੀ ਨੇ। ਇੱਕ ਤਾਂ ਹੁੰਦਾ ਸਾਡੇ ਕੋਲ ਪੈਰੀਮੀਟਰ ਐਂਡ ਇੱਕ ਹੁੰਦਾ ਸਾਡੇ ਕੋਲ ਏਰੀਆ। ਮੈਂ ਤੁਹਾਡੇ ਕੋਲ ਇੱਕ ਨੋਟਬੁੱਕ ਤੁਹਾਨੂੰ ਦਿਖਾਈ ਹੋਈ ਹੈ। ਪੈਰੀਮੀਟਰ ਕੀ ਹੁੰਦਾ ਹੈ? ਪੈਰੀਮੀਟਰ ਹੁੰਦਾ ਹੈ ਬਾਉਂਡਰੀ ਆਫ ਕਾਪੀ। ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਇੱਕ ਕਿ ਕਾਪੀ ਹੈ ਤੁਹਾਡੇ ਕੋਲ, ਦੇਖੋ ਜਿਹੜੀ ਇਹ ਤੁਹਾਡੇ ਕੋਲ ਇੱਕ ਬਾਉਂਡਰੀ ਹੈ, ਤੁਹਾਡੇ ਕੋਲ ਸਾਰੀ ਦੇਖੋ ਕਾਪੀ ਦੀ ਬਾਉਂਡਰੀ ਹੈ। ਇਹ ਕੀ ਹੋਊਗਾ ਸਾਡੇ ਕੋਲ ਜਿਹੜੀ ਬਾਉਂਡਰੀ ਜਿਹੜੀ ਨਾਲ ਨਾਲ ਚੱਲੀ ਜਾਊਗੀ, ਇਸ ਨੂੰ ਅਸੀਂ ਕਹਿ ਦਾਂਗੇ ਅਸੀਂ ਪੈਰੀਮੀਟਰ। ਠੀਕ ਹੈ ਜੀ। ਐਂਡ ਜਿਹੜੀ ਵਿੱਚ ਇਹ ਸਪੇਸ ਦਿੱਤੀ ਹੋਈ ਹੈ ਤੁਹਾਨੂੰ ਸਾਰੀ, ਇਸ ਸਪੇਸ ਨੂੰ ਅਸੀਂ ਕੀ ਕਵਾਂਗੇ? ਅਸੀਂ ਨੂੰ ਕਵਾਂਗੇ ਅਸੀਂ ਏਰੀਆ। ਸਿੰਪਲ ਗੱਲ ਆ, ਦੇਖੋ ਮੀਨਸ ਸਪੇਸ ਆਫ ਕਾਪੀ। ਠੀਕ ਹੈ ਜੀ। ਇਸ ਚੈਪਟਰ ਵਿੱਚ ਜਿਹੜੇ ਤੁਹਾਨੂੰ ਮੇਨ ਜਿਹੜੇ ਨੇ ਫਾਰਮੂਲੇ ਯੂਜ਼ ਹੋਣਗੇ ਉਹਨਾਂ ਬਾਰੇ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ। ਇੱਕ ਚਾਰਟ ਬਣਾਇਆ ਹੋਇਆ ਇਸ ਤਰੀਕੇ ਦਾ, ਜਿਹਦੇ ਵਿੱਚ ਦੇਖੋ ਅਸੀਂ ਸ਼ੇਪ ਬਣਾਈਆਂ ਹੋਈਆਂ ਔਰ ਏਰੀਆ ਦਿੱਤਾ ਹੋਇਆ ਔਰ ਇੱਥੇ ਪੈਰੀਮੀਟਰ ਲਿਖਿਆ ਹੋਇਆ, ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਪੈਰੀਮੀਟਰ ਨੂੰ ਪਰਿਮਾਪ ਕਹਿ ਦਿੰਦੇ ਆ, ਏਰੀਆ ਨੂੰ ਖੇਤਰਫਲ। ਸੋ ਪਹਿਲੀ ਪਿਕਚਰ ਆ ਸਾਡੇ ਕੋਲ ਦੇਖੋ ਸਕੁਅਰ ਦੀ, ਜਿਸ ਨੂੰ ਅਸੀਂ ਵਰਗ ਵੀ ਕਹਿ ਦਿੰਦੇ ਆ। ਇਸ ਦਾ ਏਰੀਆ ਜਾਂ ਖੇਤਰਫਲ ਕੀ ਹੁੰਦਾ? ਸਾਈਡ ਮਲਟੀਪਲਾਈ ਸਾਈਡ, ਜਿਸ ਨੂੰ ਅਸੀਂ a ਸਕੁਅਰ ਵੀ ਕਹਿ ਦਿੰਦੇ ਆ। ਤੇ ਇਹਦਾ ਪੈਰੀਮੀਟਰ ਕੀ ਹੋਏਗਾ? 4 ਮਲਟੀਪਲਾਈ ਸਾਈਡ। ਪੰਜਾਬੀ ਵਾਲੇ ਇਸ ਨੂੰ ਭੁਜਾ ਵੀ ਲਿਖ ਸਕਦੇ। ਨੈਕਸਟ ਆ ਸਾਡੇ ਕੋਲ ਰੈਕਟੈਂਗਲ, ਜਿਸ ਦਾ ਮਤਲਬ ਆਇਤਕਾਰ। ਇਸ ਦਾ ਏਰੀਆ ਕੀ ਹੋਏਗਾ? L ਮਲਟੀਪਲਾਈ b, ਲੰਬਾਈ ਮਲਟੀਪਲਾਈ ਚੌੜਾਈ। ਪੈਰੀਮੀਟਰ ਕੀ ਹੋਏਗਾ ਇਸ ਦਾ? 2L plus b। ਨੈਕਸਟ ਆ ਸਾਡੇ ਕੋਲ ਟ੍ਰਾਇੰਗਲ ਯਾਨੀ ਤ੍ਰਿਕੋਣ। ਸਟੂਡੈਂਟ ਦੇਖੋ ਤੁਸੀਂ ਇਹ ਜਿਹੜੇ 4-5 ਫਾਰਮੂਲੇ ਨੇ ਇਸ ਚੈਪਟਰ ਦੇ ਵਿੱਚ ਯੂਜ਼ ਹੋਣਗੇ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਔਰ ਇਹਨਾਂ ਚੈਪਟਰ ਤੇ ਹੀ, ਇਹਨਾਂ ਫਾਰਮੂਲੇ ਤੇ ਹੀ ਸਾਰਾ ਚੈਪਟਰ ਜਿਹੜਾ ਘੁੰਮੇਗਾ। ਟ੍ਰਾਇੰਗਲ ਦਾ ਏਰੀਆ ਕੀ ਹੁੰਦਾ ਹੈ? ਹਾਫ ਮਲਟੀਪਲਾਈ b ਮਲਟੀਪਲਾਈ h। ਪੰਜਾਬੀ ਵਿੱਚ ਅਸੀਂ ਲਿਖ ਸਕਦੇ ਹਾਂ ਹਾਫ ਮਲਟੀਪਲਾਈ ਚੌੜਾਈ ਮਲਟੀਪਲਾਈ ਉਚਾਈ। ਨੈਕਸਟ ਹੈ ਸਾਡੇ ਕੋਲ ਪੈਰੀਮੀਟਰ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਸਮ ਆਫ ਆਲ ਸਾਈਡਸ, ਯਾਨੀ ਸਾਰੀ ਭੁਜਾਵਾਂ ਦਾ ਜੋੜ। ਨੈਕਸਟ ਹੈ ਸਾਡੇ ਕੋਲ ਸਰਕਲ। ਸਰਕਲ ਦਾ ਏਰੀਆ ਹੁੰਦਾ ਹੈ ਪਾਈ ਆਰ ਸਕੁਅਰ ਔਰ ਪੈਰੀਮੀਟਰ ਹੁੰਦਾ ਇਸ ਦਾ 2 ਪਾਈ ਆਰ। ਨੈਕਸਟ ਹੈ ਸਾਡੇ ਕੋਲ ਚਤੁਰਭੁਜ ਯਾਨੀ ਪੈਰਲਗ੍ਰਾਮ। ਇਸ ਦਾ ਏਰੀਆ ਕੀ ਹੁੰਦਾ ਹੈ? b ਮਲਟੀਪਲਾਈ h, ਚੌੜਾਈ ਮਲਟੀਪਲਾਈ ਉਚਾਈ। ਪੈਰੀਮੀਟਰ ਹੋਇਆ ਜੀ ਇਸ ਦਾ 2a plus b। ਸਟਾਰਟ ਕਰਦੇ ਹਾਂ ਫਸਟ ਕੁਐਸਚਨ। ਫਸਟ ਕੁਐਸਚਨ ਹੈ ਸਾਡੇ ਕੋਲ ਅ ਸਕੁਅਰ ਐਂਡ ਅ ਰੈਕਟੈਂਗਲ ਫੀਲਡ। ਕਹਿੰਦੇ ਕਿ ਸਾਡੇ ਕੋਲ ਇੱਕ ਸਕੁਅਰ ਦਾ ਯਾਨੀ ਵਰਗਾਕਾਰ ਯਾਨੀ ਐਂਡ ਇੱਕ ਰੈਕਟੈਂਗਲ ਯਾਨੀ ਆਇਤਕਾਰ ਦਾ ਖੇਤ ਦਿੱਤਾ ਹੋਇਆ ਵਿਦ ਮੇਜਰਮੈਂਟ ਐਸ ਗਿਵਨ ਇਨ ਦਾ ਫਿਗਰ। ਮੇਜਰਮੈਂਟ ਕੀ ਆ? ਇਸ ਦੇ ਵਿੱਚ ਜਿਹੜੀ 60 ਮੀਟਰ ਜਿਹੜੀ ਇੱਕ ਸਾਈਡ ਦਿੱਤੀ ਹੈ, ਐਂਡ ਇਹਦੇ ਵਿੱਚ ਸਕੁਅਰ ਦੇ ਵਿੱਚ ਸਾਡੇ ਕੋਲ 60 ਮੀਟਰ ਸਾਈਡ ਦਿੱਤੀ ਹੈ, ਰੈਕਟੈਂਗਲ ਦੇ ਵਿੱਚ 80 ਮੀਟਰ ਦਿੱਤੀ ਹੈ। ਸੇਮ ਪੈਰੀਮੀਟਰ, ਇਹਨਾਂ ਦਾ ਜਿਹੜਾ ਪੈਰੀਮੀਟਰ ਹੈ ਉਹ ਕੀ ਹੈ? ਦੋਨਾਂ ਦਾ ਸੇਮ ਹੈ, ਇਕੁਅਲ ਹੈ, ਯਾਨੀ ਪਰਿਮਾਪ ਇਹਨਾਂ ਦੋਨਾਂ ਦਾ ਬਰਾਬਰ ਹੈ। ਵਿਚ ਫੀਲਡ ਹੈਜ਼ ਅ ਲਾਰਜਰ ਏਰੀਆ। ਕਿਹੜੇ ਖੇਤ ਦਾ ਕਹਿੰਦੇ ਫਿਰ ਏਰੀਆ ਜਿਹੜਾ ਉਹ ਵੱਡਾ ਹੋਏ, ਯਾਨੀ ਕਿਸ ਖੇਤ ਦਾ ਜਿਹੜਾ ਖੇਤਰਫਲ ਆ ਉਹ ਜ਼ਿਆਦਾ ਹੋਏ। ਸੋ ਪਹਿਲਾਂ ਅਸੀਂ ਲਿਖਾਂਗੇ ਪੈਰੀਮੀਟਰ ਰੈਕਟੈਂਗਲ ਇਕੁਅਲ ਹੈ ਪੈਰੀਮੀਟਰ ਸਕੁਅਰ ਦੇ। ਪੈਰੀਮੀਟਰ ਰੈਕਟੈਂਗਲ ਦਾ ਫਾਰਮੂਲਾ ਅਸੀਂ ਹੁਣੇ ਪਿੱਛੇ ਪੜ੍ਹ ਕੇ ਆਏ ਆ, 2L plus b is equal to ਪੈਰੀਮੀਟਰ ਆਫ ਸਕੁਅਰ ਦਾ 4 ਮਲਟੀਪਲਾਈ ਸਾਈਡ। ਦੇਖੋ ਦੋਨੋਂ ਇਕੁਅਲ ਹੈ ਤਾਂ ਅਸੀਂ ਇਹਨਾਂ ਦੇ ਫਾਰਮੂਲੇ ਵੀ ਜਿਹੜੇ ਇਕੁਅਲ ਰੱਖ, ਇੱਥੇ ਵੈਲਿਊ ਭਰ ਦਾਂਗੇ। ਫਿਰ ਰੈਕਟੈਂਗਲ ਦੀ 2L ਕਿੰਨੀ ਹੈ? ਦੇਖੋ ਇਹ L ਹੈ ਐਂਡ ਇਹ B ਹੈ। L ਹੋਗੀ ਸਾਡੇ ਕੋਲ 80, B ਸਾਨੂੰ ਪਤਾ ਨਹੀਂ, is equal to 4 ਮਲਟੀਪਲਾਈ ਸਾਈਡ ਜਿਹੜੀ ਸਕੁਅਰ ਦੇ ਵਿੱਚ ਕਿੰਨੀ ਆ ਉਹ 60 ਮੀਟਰ। ਇੱਥੇ ਲਿਖਾਂਗੇ ਅਸੀਂ 60। ਨੈਕਸਟ 80 plus B is equal to 4 ਮਲਟੀਪਲਾਈ 60 upon 2। ਹੁਣ ਇਹ 2 ਕਿੱਥੋਂ ਆਇਆ? ਇਹ ਦੂਜੀ ਸਾਈਡ ਜਾ ਕੇ ਨੀਚੇ ਚਲੇ ਗਿਆ। ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ 2x is equal to 32। ਇਹ ਮੰਨ ਲਓ ਤੁਹਾਨੂੰ ਮੈਂ ਐਗਜ਼ਾਮਪਲ ਦੇ ਰਿਹਾ ਇੱਥੇ ਤੁਹਾਨੂੰ ਇਸਦੀ। ਜਦੋਂ ਇੱਥੋਂ ਜਿਹੜੀ ਕੋਈ ਵੈਲਿਊ ਜਿਹੜੀ ਹੈਗੀ ਆ ਉਹ x ਦੇ ਨਾਲ ਜਾਂ y ਦੇ ਨਾਲ ਕਿਹਦੇ ਨਾਲ ਚਿੰਬੜੀ ਹੁੰਦੀ ਆ ਜਾਂ ਅਟੈਚ ਹੋਈ ਹੁੰਦੀ ਆ ਤਾਂ ਅਸੀਂ ਕੀ ਕਰਦੇ ਆ ਉਸ ਨੂੰ x ਦੀ ਵੈਲਿਊ ਕੱਢਣ ਲਈ, ਜਿਸ ਦੇ ਵਿੱਚ ਦੋਨਾਂ ਵਿੱਚ ਕੋਈ ਸਾਈਨ ਨਹੀਂ ਹੁੰਦਾ, ਅਸੀਂ ਕੀ ਕਰਦੇ ਆ ਵੈਲਿਊ ਨੂੰ
ਨੀਚੇ ਲੈ ਜਾਂਦੇ ਆ ਦੂਜੀ ਸਾਈਡ। ਸੋ ਇਸੇ ਤਰੀਕੇ ਨਾਲ ਦੇਖੋ ਬ੍ਰੈਕਟ ਐਂਡ 2 ਦੇ ਵਿੱਚ ਇੱਥੇ ਕੋਈ ਸਾਈਨ ਨਹੀਂ ਹੈਗਾ ਤੇ ਇਸ ਕਰਕੇ ਵੈਲਿਊ ਜਿਹੜੀ ਹੈ ਦੂਜੀ ਸਾਈਡ ਉਹ ਨੀਚੇ ਚਲੇ ਜਾਏਗੀ। ਇੱਥੇ ਅਸੀਂ ਇਸਦੀ ਕਟਿੰਗ ਕਰ ਦਾਂਗੇ 2 ਦਾ 480 plus b is equal to 2 multiply 60 120। फिर नेक्स्ट सिंपल b is equal to 120 minus 80। देखो 80 और b ਦੇ ਵਿੱਚ ਸਾਡੇ ਕੋਲ ਹੁਣ ਪਲੱਸ ਦਾ ਸਾਈਨ ਹੈ ਪਰ ਅਸੀਂ ਦੇਖਣਾ 80 ਤੋਂ ਪਹਿਲਾਂ ਕੀ ਲਿਖਿਆ ਮੀਨਸ ਇੱਥੇ ਕੀ ਲਿਖਿਆ ਆਪਣੇ ਕੋਲ, ਇੱਥੇ ਕੁਝ ਨਹੀਂ ਤਾਂ ਇਹਦਾ ਮੀਨ ਇਹ ਪਲੱਸ ਦਾ ਸਾਈਨ ਹੈ। तो ਦੂਜੀ ਸਾਈਡ ਜਾਊਗੀ ਤਾਂ ਵੈਲਿਊ ਫਿਰ ਕੀ ਹੋ ਜਾਏਗੀ ਮਾਈਨਸ ਹੋ ਜਾਏਗੀ। तो b ਦੀ ਵੈਲਿਊ ਕੀ ਬਣ ਗਈ ਸਾਡੇ ਕੋਲ ਮਾਈਨਸ ਹੋ ਕੇ 40 ਮੀਟਰ, ਯਾਨੀ ਸਾਡੇ ਕੋਲ ਇੱਥੇ ਪੈਰੀਮੀਟਰ ਦੀ b ਜਿਹੜੀ ਮਿਸਿੰਗ ਸੀਗੀ ਜਿਹੜੀ ਅਸੀਂ ਫਾਈਂਡ ਆਊਟ ਕੀਤੀ ਹੁਣ ਫਾਰਮੂਲਾ ਲਗਾ ਕੇ 40 ਮੀਟਰ। ਹੁਣ ਅਸੀਂ ਇਹ ਦੋਨਾਂ ਦਾ ਏਰੀਆ ਜਿਹੜਾ ਕੱਢ ਸਕਦੇ ਹਾਂ। ਹੁਣ ਫਾਰਮੂਲਾ ਲਗਾਵਾਂਗੇ ਅਸੀਂ ਪਹਿਲਾਂ ਏਰੀਆ ਆਫ ਰੈਕਟੈਂਗਲ ਯਾਨੀ ਆਇਤਾਕਾਰ ਦਾ ਖੇਤਰਫਲ ਇਜ਼ ਇਕੁਅਲ ਟੂ l ਮਲਟੀਪਲਾਈ b। l ਦੀ ਵੈਲਿਊ 80, b ਦੀ ਵੈਲਿਊ 40, 8 ਨੂੰ 4 ਨਾਲ ਮਲਟੀਪਲਾਈ ਕੀਤਾ 32 ਉਹ ਪਿੱਛੇ ਵਾਲੀਆਂ ਦੋ ਜ਼ੀਰੋ ਅਸੀਂ ਇੱਥੇ ਨਾਲ ਲਗਾ ਦਾਂਗੇ ਤਾਂ ਆਨਸਰ ਬਣ ਗਿਆ ਸਾਡੇ ਕੋਲ 3200 ਮੀਟਰ ਸਕੁਅਰ। ਨੈਕਸਟ ਆ ਸਾਡੇ ਕੋਲ ਏਰੀਆ ਆਫ ਸਕੁਅਰ ਵਰਗ ਦਾ ਖੇਤਰਫਲ। ਫਾਰਮੂਲਾ ਹੋਏਗਾ ਇਸ ਦਾ ਸਾਈਡ ਸਕੁਅਰ, ਸਾਈਡ ਸਾਈਡ ਦਿੱਤੀ ਹੈ 60 ਯਾਨੀ ਇਸ ਦਾ ਸਕੁਅਰ। ਸਕੁਅਰ ਦਾ ਮਤਲਬ ਕੀ ਹੋਇਆ ਕਿ 60 ਨੂੰ 60 ਨਾਲ ਹੀ ਮਲਟੀਪਲਾਈ ਕਰਨਾ ਹੈ। ਆਨਸਰ ਆ ਜਾਏਗਾ ਸਾਡੇ ਕੋਲ 6 ਨੂੰ 6 ਨਾਲ ਮਲਟੀਪਲਾਈ ਕੀਤਾ 36, ਦੋ ਜ਼ੀਰੋ ਪਿੱਛੇ ਨਾਲ ਲਗਾ ਦਾਂਗੇ 3600 ਮੀਟਰ ਸਕੁਅਰ। ਜਦੋਂ ਵੀ ਅਸੀਂ ਕੋਈ ਏਰੀਆ ਫਾਊਂਡ ਆਊਟ ਕਰਨਾ ਹੈ ਇਹ ਤੁਸੀਂ ਹਮੇਸ਼ਾ ਯਾਦ ਰੱਖਿਓ ਜਿਹੜੀ ਹਮੇਸ਼ਾ ਦਾ ਆਨਸਰ ਆਉਂਦਾ ਹੈ ਜਿਸ ਤਰ੍ਹਾਂ 3200 ਆਇਆ ਤਾਂ ਤੇ ਮੀਟਰ ਤੇ ਲੱਗਿਆ, ਮੀਟਰ ਦੇ ਉੱਪਰ ਸਕੁਅਰ ਲੱਗੇਗਾ। ਏਰੀਆ ਦੇ ਵਿੱਚ ਹਮੇਸ਼ਾ ਸਕੁਅਰ ਲੱਗਦਾ ਹੁੰਦਾ। ਹੁਣ ਦੇਖੋ ਸਾਡੇ ਕੋਲ ਰੈਕਟੈਂਗਲ ਦਾ ਆਇਆ ਸੀਗਾ 3200 ਐਂਡ ਸਕੁਅਰ ਦਾ ਆ ਗਿਆ ਸਾਡੇ ਕੋਲ 3600 ਤਾਂ ਕਿਹੜਾ ਵੱਡਾ ਹੋਇਆ ਸਕੁਅਰ ਦਾ। ਤਾਂ ਅਸੀਂ ਇੱਥੇ ਲਿਖਾਂਗੇ ਫਾਈਨਲ ਆਨਸਰ। ਤੁਸੀਂ ਇੱਥੇ ਫਾਈਨਲ ਜਿਹੜਾ ਆਨਸਰ ਜ਼ਰੂਰ ਲਿਖ ਕੇ ਆਉਣਾ ਏਰੀਆ ਆਫ ਸਕੁਅਰ ਇਜ਼ ਲਾਰਜਰ ਦੈਨ ਦਾ ਏਰੀਆ ਆਫ ਰੈਕਟੈਂਗਲ। ਵਰਗਾਕਾਰ ਦਾ ਖੇਤਰਫਲ ਆਇਤਕਾਰ ਦੇ ਖੇਤਰਫਲ ਨਾਲੋਂ ਵੱਡਾ ਹੈ। ਇਹ ਸਾਡਾ ਹੋ ਜਾਏਗਾ ਜੀ ਫਾਈਨਲ ਆਨਸਰ। ਨੈਕਸਟ ਸੈਕਿੰਡ ਕੁਐਸਚਨ ਹੈ ਸਾਡੇ ਕੋਲ ਮਿਸਿਸ ਕੌਸ਼ਿਕ ਹੈਜ਼ ਅ ਸਕੁਅਰ ਪਲਾਟ ਵਿਦ ਦਾ ਮੇਜਰਮੈਂਟ ਐਜ਼ ਸ਼ੋਨ ਇਨ ਦਾ ਫਿਗਰ। ਕਹਿੰਦੇ ਮਿਸਿਸ ਕੌਸ਼ਿਕ ਕੋਲ ਇੱਕ ਸਕੁਅਰ ਸ਼ੇਪ ਦਾ ਪਲਾਟ ਹੈ। ਮੇਜਰਮੈਂਟ ਉਸਦੀ ਸਾਨੂੰ ਦਿੱਤੀਆਂ ਹੋਈਆਂ। ਮੇਜਰਮੈਂਟ ਕੀ ਹੁੰਦੀ ਹੈ ਉਸਦੀ ਲੰਬਾਈ, ਚੌੜਾਈ etc. She wants to construct a house in the middle of the plot। ਕਹਿੰਦੇ ਉਹ ਮਿਡਲ ਦੇ ਵਿੱਚ ਯਾਨੀ ਦੇਖੋ ਇਹ ਪਲਾਟ ਇਹ ਸਾਡੇ ਕੋਲ ਪਲਾਟ ਦਿੱਤਾ ਹੋਇਆ ਠੀਕ ਹੈ ਜੀ। ਇਸ ਦੇ ਮਿਡਲ ਦੇ ਵਿੱਚ ਉਹਨਾਂ ਨੇ ਦਿਖਾਇਆ ਹੋਇਆ ਕਿ ਉਹ ਇੱਕ ਘਰ ਬਣਾਉਣਾ ਚਾਹੁੰਦੀ ਆ। A garden is developed around the ਹਾਊਸ। ਇਹ ਜਿਹੜਾ ਸਾਰਾ ਗਾਰਡਨ ਹੈ ਜਿਹੜਾ ਉਸਨੇ ਘਰ ਦੇ ਚਾਰੇ ਪਾਸੇ ਜਿਹੜਾ ਤਿਆਰ ਕੀਤਾ ਹੈ। ਫਾਈਂਡ ਦਾ ਟੋਟਲ ਕੋਸਟ ਆਫ ਡਿਵੈਲਪਿੰਗ ਅ ਗਾਰਡਨ ਅਰਾਊਂਡ ਦਾ ਹਾਊਸ ਐਟ ਦਾ ਰੇਟ ਆਫ ₹55 ਪਰ ਮੀਟਰ ਸਕੁਅਰ। ਕਹਿੰਦੇ ਇਸ ਬਗੀਚੇ ਨੂੰ ਤਿਆਰ ਕਰਨ ਦਾ ਖਰਚਾ ਕਿੰਨਾ ਹੋਏਗਾ ਜੇ 1 ਮੀਟਰ ਸਕੁਅਰ ਦਾ ਜਿਹੜਾ ਖਰਚਾ ਉਹ 55 ਯਾਨੀ 55 ਰੁਪਏ ਹੈ। ਤਾਂ ਦੇਖੋ ਸਿੰਪਲ ਅਸੀਂ ਕੀ ਲਿਖਾਂਗੇ ਇੱਥੇ ਏਰੀਆ ਆਫ ਗਾਰਡਨ ਬਗੀਚੇ ਦਾ ਖੇਤਰਫਲ ਇਜ਼ ਇਕੁਅਲ ਟੂ ਏਰੀਆ ਆਫ ਪਲਾਟ ਮਾਈਨਸ ਏਰੀਆ ਆਫ ਹਾਊਸ। ਪਲਾਟ ਦਾ ਖੇਤਰਫਲ ਮਾਈਨਸ ਘਰ ਦਾ ਖੇਤਰਫਲ। ਤਾਂ ਦੇਖੋ ਸਿੰਪਲ ਹੈ ਕੀ ਕਰਨਾ ਪਊਗਾ ਜੇ ਏਰੀਆ ਆਫ ਗਾਰਡਨ ਕੱਢਣਾ ਅਸੀਂ ਕੀ ਕਰਾਂਗੇ ਏਰੀਆ ਆਫ ਪਲਾਟ ਦੇ ਵਿੱਚੋਂ ਇਹ ਜਿਹੜਾ ਪਲਾਟ ਹੈ ਇਸ ਏਰੀਆ ਦੇ ਵਿੱਚੋਂ ਪਹਿਲਾਂ ਅਸੀਂ ਇਹਦਾ ਏਰੀਆ ਕੱਢਾਂਗੇ ਉਹਦੇ ਚੋਂ ਮਾਈਨਸ ਕਰ ਦਾਂਗੇ ਕੀ ਕਰਾਂਗੇ ਏਰੀਆ ਆਫ ਹਾਊਸ। ਆ ਹਾਊਸ ਨੂੰ ਅਸੀਂ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਇਹ ਸਾਰਾ ਗਾਰਡਨ ਦਾ ਏਰੀਆ ਸਾਹਮਣੇ ਆ ਜਾਏਗਾ। ਤਾਂ ਇੱਥੇ ਅਸੀਂ ਕਿਹੜਾ ਫਾਰਮੂਲਾ ਲਗਾਵਾਂਗੇ ਏਰੀਆ ਪਲਾਟ ਦਾ। ਪਲਾਟ ਅਸੀਂ ਦੇਖਾਂਗੇ ਕਿਹੜੀ ਸ਼ੇਪ ਦੇ ਵਿੱਚ ਹੈ। ਦੇਖੋ ਜੀ ਸਾਈਡ ਦਿੱਤੀ ਹੋਈ ਹੈ ਇੱਥੇ ਵੀ 25 ਇੱਥੇ ਵੀ 25। ਇਟ ਮੀਨਸ ਕੀ ਹੋਇਆ ਦੋਨੋਂ ਸਾਈਡ ਸੇਮ ਹੈ ਤਾਂ ਕੀ ਹੋਇਆ ਇਹ ਸਕੁਅਰ ਦੀ ਸ਼ੇਪ 'ਚ ਹੈ। ਵੈਸੇ ਵੀ ਸਾਨੂੰ ਇੱਥੇ ਸ਼ੋ ਹੋ ਰਿਹਾ ਕਿ ਇਹ ਇੱਕ ਸਕੁਅਰ ਦੀ ਸ਼ੇਪ 'ਚ ਹੈ। ਤਾਂ ਅਸੀਂ ਇੱਥੇ ਲਗਾਵਾਂਗੇ ਏਰੀਆ ਆਫ ਸਕੁਅਰ ਦਾ ਫਾਰਮੂਲਾ ਸਾਈਡ ਸਕੁਅਰ ਮਾਈਨਸ ਕਰ ਦਾਂਗੇ ਏਰੀਆ ਆਫ ਹਾਊਸ। ਹੁਣ ਏਰੀਆ ਆਫ ਹਾਊਸ ਦੀ ਇੱਥੇ ਪਿਕਚਰ ਦੇਖਾਂਗੇ ਕਿਸ ਤਰੀਕੇ ਦੀ ਆ ਇਹ ਸਕੁਅਰ ਹੈ ਜਾਂ ਰੈਕਟੈਂਗਲ ਹੈ ਤਾਂ ਕਿੱਥੋਂ ਪਤਾ ਲੱਗੇਗਾ। ਦੇਖੋ ਇੱਕ ਸਾਈਡ ਉਸਦੀ 15 ਮੀਟਰ ਹੈ ਇੱਕ ਹੈਗੀ ਆ 20 ਮੀਟਰ। ਤਾਂ ਇਟ ਮੀਨਸ ਕੀ ਹੋਇਆ ਇਹ ਜਿਹੜੀ ਸ਼ੇਪ ਹੈ ਇਹ ਰੈਕਟੈਂਗਲ ਦੀ ਬਣ ਗਈ ਕਿਉਂਕਿ ਰੈਕਟੈਂਗਲ ਦੀ ਸ਼ੇਪ ਦੀ ਜਿਹੜੀ ਸਾਈਡਸ ਨੇ ਉਹ ਡਿਫਰੈਂਟ ਹੁੰਦੀਆਂ। ਤਾਂ ਇੱਥੇ ਰੈਕਟੈਂਗਲ ਦਾ ਏਰੀਆ ਦਾ ਫਾਰਮੂਲਾ ਲਗਾਵਾਂਗੇ ਇੱਥੇ ਕੀ ਲੱਗੂਗਾ l ਮਲਟੀਪਲਾਈ b। ਹੁਣ ਸਿੰਪਲ ਇੱਥੇ ਵੈਲਿਊ ਭਰ ਦਾਂਗੇ। ਸਾਈਡ ਕਿੰਨੀ ਦਿੱਤੀ ਹੈ ਇੱਥੇ ਸਕੁਅਰ ਦੀ 25 ਇੱਥੇ ਲਿਖਾਂਗੇ 25 ਦਾ ਸਕੁਅਰ ਮਾਈਨਸ ਰੈਕਟੈਂਗਲ ਦੇ ਵਿੱਚ l ਹੈਗੀ ਸਾਡੇ ਕੋਲ 20 ਐਂਡ b ਹੈਗੀ ਸਾਡੇ ਕੋਲ 15। ਹੁਣ ਇਸ ਨੂੰ ਸੋਲਵ ਕਰਾਂਗੇ 25 ਦਾ ਸਕੁਅਰ ਮਤਲਬ ਕੀ ਹੁੰਦਾ ਕਿ 25 ਮਲਟੀਪਲਾਈ 25 ਆਨਸਰ ਆ ਜਾਏਗਾ ਸਾਡੇ ਕੋਲ 625 625 ਮਾਈਨਸ 15 ਨੂੰ 20 ਦੇ ਨਾਲ ਮਲਟੀਪਲਾਈ ਕੀਤਾ ਆਨਸਰ ਆ ਜਾਏਗਾ ਸਾਡੇ ਕੋਲ 300। ਤਾਂ ਇਸ ਨੂੰ ਮਾਈਨਸ ਕਰ ਦਾਂਗੇ ਤਾਂ ਮਾਈਨਸ ਕਰਕੇ ਆਨਸਰ ਆਏਗਾ 325 ਮੀਟਰ ਸਕੁਅਰ। ਤਾਂ ਦੇਖੋ ਸਿੰਪਲ ਹੈ ਜੀ ਸਾਡੇ ਕੋਲ ਗਾਰਡਨ ਦਾ ਏਰੀਆ ਨਿਕਲਿਆ ਆ। ਨੈਕਸਟ ਅਸੀਂ ਕੋਸਟ ਕੱਢਣੀ ਹੈ ਤਾਂ ਅਸੀਂ ਲਿਖਾਂਗੇ ਇੱਥੇ
ਕੋਸਟ ਆਫ 1 ਮੀਟਰ ਸਕੁਅਰ ਇਜ਼ ਇਕੁਅਲ ਟੂ ਸਾਨੂੰ ਦਿੱਤੀ ਹੈ 55 ਰੁਪੀਸ। ਫਿਰ ਅਸੀਂ ਲਿਖਾਂਗੇ ਕੋਸਟ ਆਫ 325 ਮੀਟਰ ਸਕੁਅਰ ਇਜ਼ ਇਕੁਅਲ ਟੂ 55 ਨੂੰ 325 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 17875 ਰੁਪੀਸ। ਇੱਥੇ ਤੁਸੀਂ ਯਾਦ ਰੱਖਣਾ ਕਿ ਕੋਸਟ ਜਿਹੜੀ ਹਮੇਸ਼ਾ ਤੁਸੀਂ ਰੁਪੀਸ ਦੇ ਵਿੱਚ ਲਿਖ ਕੇ ਆਉਣੀ ਹੈ ਤਾਂ ਇਹ ਸਾਡੇ ਕੋਲ ਫਾਈਨਲ ਆਨਸਰ। ਨੈਕਸਟ ਸਾਡੇ ਕੋਲ 3rd ਨੰਬਰ ਤੇ ਕੁਐਸਚਨ ਹੈ ਜੀ ਦਾ ਸ਼ੇਪ ਆਫ ਅ ਗਾਰਡਨ ਇਜ਼ ਦ ਰੈਕਟੈਂਗਲ ਇਨ ਦਾ ਮਿਡਲ। ਕਹਿੰਦੇ ਸਾਡੇ ਕੋਲ ਦੇਖੋ ਗਾਰਡਨ ਦੀ ਸ਼ੇਪ ਦਿੱਤੀ ਹੋਈ ਆ ਜਿਹੜੀ ਮਿਡਲ ਦੇ ਵਿੱਚ ਜਾਨੀ ਹੈ ਸੈਂਟਰ ਵਿੱਚ ਦੇਖੋ ਉਸਨੇ ਰੈਕਟੈਂਗਲ ਸ਼ੇਪ ਦਿੱਤੀ ਹੋਈ ਹੈ ਇਸ ਨੂੰ ਐਂਡ ਸੈਮੀ ਸਰਕਲ ਐਟ ਦਾ ਐਂਡ ਐਸ ਸ਼ੋਨ ਇਨ ਦਾ ਡਾਇਗਰਾਮ। ਤੇ ਲਾਸਟ ਦੇ ਵਿੱਚ ਯਾਨੀ ਐਂਡ ਦੇ ਵਿੱਚ ਕੀ ਆ ਦੇਖੋ ਸੈਮੀ ਸਰਕਲ ਦਿੱਤਾ ਯਾਨੀ ਇੱਕ ਸਰਕਲ ਦਾ ਹਾਫ ਜਿਹੜਾ ਹੈਗਾ ਉਹ ਸਾਨੂੰ ਦਿੱਤੇ ਹੋਏ ਨੇ। ਫਾਈਂਡ ਦਾ ਏਰੀਆ ਐਂਡ ਦਾ ਪੈਰੀਮੀਟਰ ਆਫ ਦਿਸ ਗਾਰਡਨ। ਕਹਿੰਦੇ ਤੁਸੀਂ ਇਸ ਗਾਰਡਨ ਦਾ ਏਰੀਆ ਯਾਨੀ ਖੇਤਰਫਲ ਐਂਡ ਪੈਰੀਮੀਟਰ ਯਾਨੀ ਪਰਿਮਾਪ ਸਾਨੂੰ ਪਤਾ ਕਰੋ। ਇੱਥੇ ਇੱਕ ਹਿੰਟ ਦਿੱਤਾ ਤੁਹਾਡੇ ਕੋਲ length of rectangle is 20 minus 3.5 plus 3.5 ਮੀਟਰ। ਦੇਖੋ ਸਟਾਰਟਿੰਗ ਮੈਂ ਤੁਹਾਨੂੰ ਜਿਹੜਾ ਹਿੰਟ ਦਿੱਤਾ ਇਹਨਾਂ ਨੇ length of rectangle ਜਿਹੜੀ ਤੁਸੀਂ ਆ ਉਹ ਇਸ ਤਰ੍ਹਾਂ 20 point minus 3.5 plus 3.5 ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਸਮਝਾ ਦਿੰਦਾ। ਦੇਖੋ ਇੱਥੇ ਟੋਟਲ ਤੁਹਾਡੇ ਕੋਲ ਲਿਖਿਆ ਹੋਇਆ ਵੀ ਇਹ 7 ਮੀਟਰ ਹੈ ਯਾਨੀ ਇੱਥੇ ਤੋਂ ਲੈਂਥ ਹੈ ਉਚਾਈ ਹੈ ਉਹ ਕਿੰਨੀ ਹੈ 7 ਮੀਟਰ। ਹੁਣ ਇਹ ਕੀ ਉਹਨੇ ਕਿਹਾ ਸੀਗਾ ਇਹ ਕਿਹਾ ਸੀ ਉਹਨੇ ਸੈਮੀ ਸਰਕਲ ਹੈ ਤਾਂ ਸੈਮੀ ਸਰਕਲ ਦਾ ਅਸੀਂ ਪਹਿਲਾਂ ਰੇਡੀਅਸ ਦੇਖ ਲਾਂਗੇ। ਦੇਖੋ ਰੇਡੀਅਸ ਕਰ ਲਈ ਇਹ ਸੈਂਟਰ ਮੰਨ ਲਿਆ ਔਰ ਸੈਂਟਰ ਤੋਂ ਅਸੀਂ ਇਹ ਜਿਹੜੀ ਇੱਥੇ ਲਾਈਨ ਆ ਰਹੀ ਹੈ ਇਹ ਕੀ ਹੈ ਸਾਡੇ ਕੋਲ ਇਹ ਰੇਡੀਅਸ ਹੋ ਗਿਆ। ਤਾਂ ਦੇਖੋ ਟੋਟਲ ਜਿਹੜੀ ਆ ਸਾਨੂੰ ਇਹ ਇਸਨੇ 7 ਕਹੀ ਹੈ 7 ਮੀਟਰ तो इधर 7 ਦਾ ਹਾਫ ਕਰ ਦਾਂਗੇ ਮੀਨਸ 7/2 ਇਸ ਨੂੰ ਅਸੀਂ ਡਿਵਾਈਡ ਕਰਾਂਗੇ ਤਾਂ ਆਨਸਰ ਆਉਂਦਾ ਸਾਡੇ ਕੋਲ 3.5। ਉਸੇ ਤਰੀਕੇ ਨਾਲ ਦੇਖੋ ਇੱਕ ਸਾਈਡ ਦਾ ਕਹਿ ਰਿਹਾ ਕਿ 3.5 ਐਂਡ 3.5 ਇਸ ਸਾਈਡ ਇਹ ਤੁਸੀਂ ਮਾਈਨਸ ਕਰ ਦਿਓ ਕਿਉਂਕਿ ਸਾਨੂੰ ਟੋਟਲ ਜਿਹੜੀ ਲੈਂਥ ਦਿੱਤੀ ਆ ਉਹ ਸਾਨੂੰ ਇਸ ਪੁਆਇੰਟ ਤੋਂ ਲੈ ਕੇ ਇਹ ਦੂਜੇ ਸਰਕਲ ਦੇ ਇਸ ਪੁਆਇੰਟ ਤੱਕ ਦਿੱਤੀ ਹੋਈ ਹੈ। ਠੀਕ ਹੈ ਜੀ ਤਾਂ ਤੁਸੀਂ ਕੀ ਕਰੋਗੇ ਇਸ ਕਰਕੇ ਉਹਨੇ ਹਿੰਟ ਦਿੱਤਾ ਕਿ 20 ਦੇ ਵਿੱਚੋਂ ਤੁਸੀਂ 3.5 ਇਸ ਸਾਈਡ ਐਂਡ 3.5 ਇਸ ਸਾਈਡ ਵਾਲਾ ਮਾਈਨਸ ਕਰ ਦਿਓ ਫਿਰ ਤੁਹਾਡੇ ਕੋਲ ਜਿਹੜੀ ਰੈਕਟੈਂਗਲ ਦੀ ਜਿਹੜੀ ओरिजिनल ਜਿਹੜੀ ਲੈਂਥ ਆ ਉਹ ਸਾਡੇ ਕੋਲ ਫਾਈਂਡ ਹੋ ਜਾਏਗੀ। ਤਾਂ ਪਹਿਲਾਂ ਇੱਥੇ ਕੱਢਾਂਗੇ ਅਸੀਂ ਰੈਕਟੈਂਗਲ ਆਫ ਗਾਰਡਨ ਉਸਦੇ ਵਿੱਚ b ਸਾਨੂੰ ਦਿੱਤੀ ਹੈ 7 ਮੀਟਰ ਐਂਡ l ਦਿੱਤੀ ਹੈ ਸਾਡੇ ਕੋਲ 20 ਮਾਈਨਸ 3.5 ਪਲੱਸ 3.5 20 ਵਿੱਚੋਂ ਅਸੀਂ 7 ਮਾਈਨਸ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 13 ਮੀਟਰ। ਹੁਣ ਏਰੀਆ ਆਫ ਯਾਨੀ ਹੁਣ ਗਾਰਡਨ ਦੀ ਜਿਹੜੀ ਲੈਂਥ ਹੈ ਉਹ ਸਾਡੇ ਕੋਲ ਕਿੰਨੀ ਆ ਗਈ ਐਕਚੁਅਲ ਦੇ ਵਿੱਚ 13 ਮੀਟਰ। ਹੁਣ ਕਿਉਂਕਿ ਵਿੱਚ ਸੈਮੀ ਸਰਕਲ ਦੀ ਗੱਲ ਵੀ ਹੋ ਰਹੀ ਹੈ ਇਸ ਕਰਕੇ ਅਸੀਂ ਕੀ ਲਿਖਾਂਗੇ radius of semi circle is equal to ਕੀ ਹੁੰਦਾ radius ਦਾ ਫਾਰਮੂਲਾ d/2 ਯਾਨੀ diameter/2 is equal to 7/2 7 ਸਾਡੇ ਕੋਲ ਇਸਦਾ diameter ਹੋ ਗਿਆ ਐਂਡ 2 ਨਾਲ ਅਸੀਂ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲ radius ਆ ਜਾਏਗਾ। ਦੇਖੋ ਕਈ ਸਟੂਡੈਂਟ ਇੱਥੇ ਕੀ ਕਰਦੇ ਨੇ ਇਸ ਨੂੰ ਡਿਵਾਈਡ ਕਰਕੇ ਆਨਸਰ ਲਿਖਦੇ ਨੇ ਇੱਥੇ ਆਨਸਰ ਇਸ ਨੂੰ ਡਿਵਾਈਡ ਕਰਕੇ ਆ ਜਾਏਗਾ 3.5 ਪਰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਠੀਕ ਹੈ ਜੀ ਪਰ ਇਸ ਤਰ੍ਹਾਂ ਕਰਨਾ ਬਿਲਕੁਲ ਵੀ ਗਲਤ ਹੈ ਕਿਉਂਕਿ ਜਦੋਂ ਅਸੀਂ ਇੱਥੇ 7/2 ਨੂੰ ਡਿਵਾਈਡ ਕਰਕੇ ਇੱਥੇ ਆਨਸਰ ਲਿਖਤਾ 3.5 ਤਾਂ ਜਦੋਂ ਨੈਕਸਟ ਅਸੀਂ ਕੈਲਕੂਲੇਸ਼ਨ ਕਰਾਂਗੇ ਤਾਂ ਉੱਥੇ ਜਾ ਕੇ ਵੀ ਸਾਨੂੰ ਫਿਰ ਇਸ ਦੇ ਪੁਆਇੰਟ ਤੋੜਨਾ ਹੀ ਪੈਣਾ ਤਾਂ ਇਸ ਕਰਕੇ ਅਸੀਂ ਸਿੰਪਲ ਜਿਹੜਾ 7/2 ਰੱਖ ਕੇ ਵੀ ਕੰਮ ਚਲਾ ਸਕਦੇ ਹਾਂ। ਤੁਹਾਨੂੰ ਇੱਥੇ ਬਾਰ-ਬਾਰ ਪੁਆਇੰਟ ਦੇ ਵਿੱਚ ਕੱਢਣ ਦੀ ਲੋੜ ਨਹੀਂ। ਹੁਣ ਅਸੀਂ ਇੱਥੇ ਲਿਖਾਂਗੇ ਏਰੀਆ ਆਫ ਗਾਰਡਨ ਸਾਨੂੰ ਗਾਰਡਨ ਦਾ ਏਰੀਆ ਕੱਢਣ ਲਈ ਕੀ ਕਰਨਾ ਪਏਗਾ ਏਰੀਆ ਆਫ ਰੈਕਟੈਂਗਲ ਪਲੱਸ ਏਰੀਆ ਆਫ 2 ਸੈਮੀ ਸਰਕਲ। ਏਰੀਆ ਆਫ ਰੈਕਟੈਂਗਲ ਦਾ ਫਾਰਮੂਲਾ L × B ਪਲੱਸ ਏਰੀਆ ਆਫ 2 ਸੈਮੀ ਸਰਕਲ। ਦੇਖੋ ਸੈਮੀ ਸਰਕਲ ਦੇ ਏਰੀਆ ਦਾ ਫਾਰਮੂਲਾ ਲਗਾਉਣ ਦੇ ਲਈ ਬੜੀ ਚੰਗੀ ਤਰ੍ਹਾਂ ਨਾਲ ਸਮਝ ਲਓ ਇੱਕ ਸਰਕਲ ਦਾ ਏਰੀਆ ਸਾਡੇ ਕੋਲ ਕਿੰਨਾ ਹੁੰਦਾ ਹੈ πr²। ਹੁਣ ਇੱਥੇ ਸੈਮੀ ਹੈ ਮੀਨਸ ਅੱਧਾ ਹੈ ਤਾਂ ਤੁਸੀਂ ਇੱਥੇ ਨਾਲ ਲਗਾ ਦਿਓ ਹਾਫ। ਹੁਣ 2 ਨੇ ਤਾਂ ਇੱਥੇ 2 ਜਿਹੜਾ ਹੈਗਾ ਉਹ ਮਲਟੀਪਲਾਈ ਦੀ ਫਾਰਮ ਚ ਪਾ ਦਿਓ ਕਿ 2 ਸੈਮੀ ਸਰਕਲ ਨੇ। ਏਰੀਆ ਆਫ ਰੈਕਟੈਂਗਲ ਦੇ ਵਿੱਚ L ਦੀ ਵੈਲਿਊ ਸਾਡੇ ਕੋਲ 13 B ਦੀ ਵੈਲਿਊ 7 ਪਲੱਸ 2 ਮਲਟੀਪਲਾਈ ਹਾਫ ਮਲਟੀਪਲਾਈ π ਦੀ ਵੈਲਿਊ ਹਮੇਸ਼ਾ 22.7 ਐਂਡ r ਦੀ ਵੈਲਿਊ ਸਾਡੇ ਕੋਲ ਸੀਗੀ 7/2 ਇਹਦਾ ਸਕੁਅਰ ਹੈ। ਇਹਦਾ ਮਤਲਬ ਕੀ ਹੋਇਆ ਕਿ ਸਾਨੂੰ 7/2 ਦੋ ਵਾਰੀ ਲਿਖਣਾ ਹੈ। 37 ਦਾ 91 ਪਲੱਸ ਇੱਥੇ ਜਿਸ ਦੀ ਕਟਿੰਗ ਹੋ ਸਕਦੀ ਹੈ ਉਸਦੀ ਕਟਿੰਗ ਕਰ ਦਾਂਗੇ 2 ਨਾਲ 2 ਕੱਟ ਗਿਆ 7 ਨਾਲ 7 ਕੱਟ ਗਿਆ 2 ਨਾਲ 11 ਕੱਟ ਗਿਆ। ਹੁਣ ਸਾਡੇ ਕੋਲ ਕੀ ਬਚਿਆ ਇੱਥੇ 11 ਐਂਡ 7 11 ਨੂੰ 7 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਆ ਗਿਆ ਸਾਡੇ ਕੋਲ 77 ਅਪੋਨ ਕੀ ਬਚਿਆ ਸਾਡੇ ਕੋਲ 2। ਹੁਣ ਅਸੀਂ ਇੱਥੇ ਕੀ ਕਰਾਂਗੇ ਪਹਿਲਾਂ ਇਸ ਨੂੰ ਅਸੀਂ ਸੋਲਵ ਕਰਾਂਗੇ 77 ਨੂੰ ਅੰਦਰ ਰੱਖਾਂਗੇ 2 ਨਾਲ ਬਾਹਰ ਡਿਵਾਈਡ ਕਰ ਦਾਂਗੇ 2 3 ਦਾ 6 1 7 2 8 ਦਾ 16 1 ਫਿਰ 2 ਦੇ ਟੇਬਲ 'ਚ 1 ਨਹੀਂ ਆਉਂਦਾ ਕੀ ਕਰਾਂਗੇ ਉੱਪਰ ਪੁਆਇੰਟ ਲਗਾਵਾਂਗੇ ਇੱਥੇ 0 ਲਗਾਵਾਂਗੇ 2 5 ਦਾ 10 ਇੱਥੇ 91 ਪਲੱਸ 38.5 ਤਾਂ ਕਈ ਸਟੂਡੈਂਟ ਇੱਥੇ ਮਿਸਟੇਕ ਹੀ ਕਰਦੇ ਆ ਕਿ 30.5 91 ਇਸ ਤਰ੍ਹਾਂ ਲਿਖ ਦੇਣਗੇ ਪਲੱਸ ਕਰਨ ਦੇ ਲਈ ਪਰ ਜਿਹੜਾ ਬਿਲਕੁਲ ਹੀ ਰੋਂਗ ਹੈ। ਅਸੀਂ ਲਿਖਦੇ ਕਿਵੇਂ ਆ ਦੇਖੋ 91 ਹੁਣ ਜਿਹੜਾ ਪੁਆਇੰਟ ਹੈ ਤੁਹਾਨੂੰ ਇਹ ਦਿਖ ਰਿਹਾ ਤੁਸੀਂ ਇੱਥੇ ਕੀ ਕਰਨਾ ਹਮੇਸ਼ਾ ਇੱਥੇ ਬਾਹਰ ਲਗਾ ਲੈਣਾ। ਪੁਆਇੰਟ ਤੋਂ ਪਹਿਲਾਂ ਕੀ ਹੈ ਇੱਥੇ 8 ਇੱਥੇ ਲਿਖ ਲਓ ਫਿਰ ਉਸ ਤੋਂ ਪਹਿਲਾਂ ਕੀ ਹੈ 3 ਇੱਥੇ ਲਿਖ ਲਓ
ਪੁਆਇੰਟ ਤੋਂ ਬਾਅਦ ਦੇ ਵਿੱਚ ਕੀ ਹੈ 5 ਇੱਥੇ ਲਿਖ ਲਓ। ਫਿਰ ਇਸ ਨੂੰ ਤੁਸੀਂ ਪਲੱਸ ਕਰ ਦਿਓ, ਇਸ ਦੇ ਉੱਪਰ ਖਾਲੀ ਹੈ ਤਾਂ ਇੱਥੇ 0 ਲਗਾ ਦਿਓ। 5.8 और 1 9 और 3 प्लस कितने 12। आंसर बन गया साढ़े कोल 129.5 मीटर स्क्वायर। ये साढ़े कोल आ गया जी एरिया ऑफ गार्डन। नेक्स्ट ਅਸੀਂ ਕਰਨਾ ਪੈਰੀਮੀਟਰ। ਪਹਿਲਾਂ ਅਸੀਂ ਲਿਖਾਂਗੇ ਪੈਰੀਮੀਟਰ ਆਫ ਸੈਮੀ ਸਰਕਲ। ਤਾਂ ਸੈਮੀ ਸਰਕਲ ਦਾ ਪੈਰੀਮੀਟਰ ਹੁੰਦਾ ਸਾਡੇ ਕੋਲ ਪਾਈ ਆਰ। ਹੁਣ ਇੱਥੇ ਸਾਡੇ ਕੋਲ ਦੋ ਸੈਮੀ ਸਰਕਲ ਹੈ ਤਾਂ ਅਸੀਂ ਲਿਖਾਂਗੇ ਇੱਥੇ 2 ਪਾਈ ਆਰ। ਇੱਥੇ ਸਿੰਪਲ ਇਸ ਦੀ ਵੈਲਿਊ ਭਰ ਦਾਂਗੇ 2 ਮਲਟੀਪਲਾਈ 22.7 ਮਲਟੀਪਲਾਈ ਰੇਡੀਅਸ ਕਿੰਨਾ ਹੈ ਸਾਡੇ ਕੋਲ 7/2 ਇਸ ਦੀ ਕਟਿੰਗ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 22 ਮੀਟਰ। ਹੁਣ ਪੈਰੀਮੀਟਰ ਆਫ ਗਾਰਡਨ ਕੱਢਣ ਦੇ ਲਈ ਲਾਸਟ ਦੇ ਵਿੱਚ 22 ਸੈਮੀ ਸਰਕਲ ਦਾ ਪਲੱਸ ਇੱਕ ਸਾਈਡ ਸਾਡੇ ਕੋਲ ਦੇਖੋ 13a ਸੀਗੀ ਐਂਡ ਦੂਜੀ ਸਾਈਡ ਉੱਪਰ 13a ਹੈ, ਦੋਨਾਂ ਨੂੰ ਅਸੀਂ ਪਲੱਸ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 48 ਮੀਟਰ। ਨੈਕਸਟ ਸਾਡੇ ਕੋਲ ਫੋਰਥ ਕੁਐਸਚਨ ਹੈ A flooring tile has the shape of parallelogram। ਕਹਿੰਦੇ ਫਲੋਰਿੰਗ ਟਾਇਲ ਹੈ, ਦੇਖੋ ਸਾਡੇ ਕੋਲ ਸ਼ੇਪ ਉਸਦੀ ਪੈਰਲੇਗ੍ਰਾਮ ਦੀ ਹੈ, ਯਾਨੀ ਸ਼ੇਪ ਜਿਹੜੀ ਹੈਗੀ ਉਸਦੀ ਚਤੁਰਭੁਜ ਦੀ ਹੈ। whose base is 24 ਸੈਂਟੀਮੀਟਰ, ਜਿਸ ਦਾ ਬੇਸ ਯਾਨੀ ਉਸਦਾ ਆਧਾਰ ਜਿਹੜਾ 24 ਸੈਂਟੀਮੀਟਰ ਹੈ। ਦੇਖੋ ਇੱਥੇ ਲਿਖਾਂਗੇ ਅਸੀਂ 24 ਸੈਂਟੀਮੀਟਰ and the corresponding height is 10 ਸੈਂਟੀਮੀਟਰ and ਉਹਦੀ ਸੰਗਤ ਉਚਾਈ ਜਿਹੜੀ ਹੈਗੀ ਆ ਉਹ 10 ਸੈਂਟੀਮੀਟਰ ਹੈ। ਜਿਹੜੀ ਵੀ ਦੇਖੋ ਪੈਰਲੇਗ੍ਰਾਮ ਦੀ ਜਿਹੜੀ ਉਚਾਈ ਆ ਜਾਂ ਹਾਈਟ ਆ ਉਹ ਅਸੀਂ ਕਿੱਥੋਂ ਫਾਈਂਡ ਕਰਦੇ ਆ, ਇਹ ਪੁਆਇੰਟ ਤੋਂ ਅਸੀਂ ਜਿਹੜੀ ਹਾਈਟ ਆ ਅਸੀਂ ਫਾਈਂਡ ਕਰਦੇ ਹਾਂ। ਇੱਥੇ ਲਿਖ ਦਾਂਗੇ ਅਸੀਂ 10 ਸੈਂਟੀਮੀਟਰ। ਹਾਊ ਮੈਨੀ ਸੱਚ ਟਾਇਲਸ ਆਰ ਰਿਕੁਆਇਰਡ ਟੂ ਕਵਰ ਅ ਫਲੋਰ ਆਫ ਏਰੀਆ 1080 ਮੀਟਰ ਸਕੁਅਰ। ਕਹਿੰਦੇ ਇਸ ਤਰੀਕੇ ਦੀਆਂ ਕਿੰਨੀਆਂ ਟਾਇਲ ਜਿਹੜੀਆਂ ਸਾਨੂੰ ਚਾਹੀਦੀਆਂ ਜੇ ਅਸੀਂ 1080 ਮੀਟਰ ਸਕੁਅਰ ਏਰੀਆ ਦਾ ਇੱਕ ਫਰਸ਼ ਆ ਉਸ ਨੂੰ ਕਵਰ ਕਰਨਾ ਹੋਵੇ। ਅਸੀਂ ਕੀ ਕਰਾਂਗੇ, ਪਹਿਲਾਂ ਇਹਨਾਂ ਟਾਈਲਾਂ ਦਾ ਜਿਹੜਾ ਏਰੀਆ ਫਾਈਂਡ ਆਊਟ ਕਰਾਂਗੇ ਕਿਉਂਕਿ ਸਾਨੂੰ ਫਰਸ਼ ਦਾ ਏਰੀਆ ਉਹਨਾਂ ਨੇ ਪਹਿਲਾਂ ਹੀ ਦਿੱਤਾ ਹੋਇਆ। ਤਾਂ ਅਸੀਂ ਲਿਖਾਂਗੇ ਇੱਥੇ ਪਹਿਲਾਂ ਟਾਇਲ ਇਸ ਦਾ ਬੇਸ ਕਿੰਨਾ ਸਾਡੇ ਕੋਲ 24 ਸੈਂਟੀਮੀਟਰ, ਯਾਨੀ ਇੱਥੇ ਆਧਾਰ। ਦੇਖੋ ਇਸ ਨੂੰ ਪਹਿਲਾਂ ਅਸੀਂ ਸੈਂਟੀਮੀਟਰ ਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ, ਯਾਨੀ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਆ 100 ਸੈਂਟੀਮੀਟਰ ਐਂਡ 1 ਸੈਂਟੀਮੀਟਰ ਦੇ ਵਿੱਚ ਮੀਟਰ ਕਿੰਨੇ ਹੁੰਦੇ ਆ ਜੀ 1/100 ਮੀਟਰ। ਤਾਂ ਇੱਥੇ ਕੀ ਆ ਸਾਡੇ ਕੋਲ 24 ਸੈਂਟੀਮੀਟਰ, ਤਾਂ ਇਸ ਨੂੰ ਅਸੀਂ ਮੀਟਰ 'ਚ ਕਨਵਰਟ ਕਰਨ ਲਈ ਕੀ ਕਰਾਂਗੇ 24/100। ਇੱਥੇ 2 ਜ਼ੀਰੋ ਨੇ ਤਾਂ ਅਸੀਂ ਕੀ ਕਰਾਂਗੇ ਇੱਥੇ 2 ਛੱਡ ਕੇ ਪੁਆਇੰਟ ਲਗਾ ਦਾਂਗੇ 1 2 ਇੱਥੇ ਪੁਆਇੰਟ ਲੱਗ ਜਾਏਗਾ ਤਾਂ ਆਨਸਰ ਆ ਜਾਏਗਾ ਸਾਡੇ ਕੋਲ 0.24 ਮੀਟਰ। ਐਂਡ ਇਸੇ ਤਰੀਕੇ ਨਾਲ ਅਸੀਂ ਹਾਈਟ ਨੂੰ ਫਾਈਂਡ ਆਊਟ ਕਰਾਂਗੇ ਤਾਂ ਹਾਈਟ ਹੋ ਜਾਏਗੀ ਸਾਡੇ ਕੋਲ 10/100। 0 ਨਾਲ 0 ਕੱਟ ਗਈ, 1 0 ਤਾਂ ਇੱਥੇ ਅਸੀਂ 1 ਪੁਆਇੰਟ ਲਗਾ ਦਾਂਗੇ ਯਾਨੀ 0.1 ਮੀਟਰ। ਇਹ ਸਾਡੇ ਕੋਲ ਹਾਈਟ ਆ ਜਾਏਗੀ। ਨੈਕਸਟ ਅਸੀਂ ਲਿਖਾਂਗੇ ਏਰੀਆ ਆਫ ਫਲੋਰਿੰਗ ਟਾਇਲ, ਯਾਨੀ ਕਿਹੜੀ ਸ਼ੇਪ ਹੈ ਜੀ ਇਹ ਪੈਰਲੇਗ੍ਰਾਮ। ਤਾਂ ਅਸੀਂ ਇੱਥੇ ਪੈਰਲੇਗ੍ਰਾਮ ਦਾ ਫਾਰਮੂਲਾ ਲਗਾਵਾਂਗੇ b × h। ਬੇਸ ਆ ਸਾਡੇ ਕੋਲ 0.24 ਮਲਟੀਪਲਾਈ h ਆ ਸਾਡੇ ਕੋਲ 0.1। ਹੁਣ ਕਈ ਸਟੂਡੈਂਟ ਇੱਥੇ ਵੀ ਕਨਫਿਊਜ਼ ਹੋ ਜਾਂਦੇ ਆ ਕਿ 0.24 ਐਂਡ 0.1 ਯਾਨੀ ਪੁਆਇੰਟ ਵਾਲ ਨੂੰ ਮਲਟੀਪਲਾਈ ਕਿਵੇਂ ਕਰਨਾ ਹੈ। ਤੁਸੀਂ ਦੇਖੋ ਸਿੰਪਲ ਹੈ, ਤੁਸੀਂ 24 ਲਿਖਣਾ ਹੈ ਮਲਟੀਪਲਾਈ 1, ਤੁਸੀਂ ਪੁਆਇੰਟ ਨੂੰ ਭੁੱਲ ਜਾਣਾ। ਹੁਣ ਆਨਸਰ ਆ ਜਾਏਗਾ ਇਸ ਦਾ 24 ਤੇ ਤੁਸੀਂ ਦੇਖਣਾ ਇਸ ਸਾਈਡ ਕਿੰਨੇ ਛੱਡ ਕੇ ਪੁਆਇੰਟ ਹੈ 1 ਐਂਡ ਇਸ ਸਾਈਡ ਕਿੰਨੇ ਛੱਡ ਕੇ ਪੁਆਇੰਟ ਹੈ 2। ਤਾਂ ਅਸੀਂ ਲਿਖਾਂਗੇ ਇੱਥੇ ਟੋਟਲ ਹੋ ਗਏ ਸਾਡੇ ਕੋਲ 3, ਤਾਂ ਅਸੀਂ ਕੀ ਕਰਾਂਗੇ 1 2 3 ਤੇ 3 ਛੱਡ ਕੇ ਪੁਆਇੰਟ ਲਗਾ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 0.024 ਮੀਟਰ ਸਕੁਅਰ। ਨੈਕਸਟ ਅਸੀਂ ਕਰਨਾ ਹੈ ਨੰਬਰ ਆਫ ਟਾਇਲ। ਤਾਂ ਇਸ ਨੂੰ ਕੱਢਣ ਲਈ ਕੀ ਕਰਾਂਗੇ ਅਸੀਂ ਏਰੀਆ ਆਫ ਫਲੋਰ ਅਪੋਨ ਯਾਨੀ ਡਿਵਾਈਡ ਕਰ ਦਾਂਗੇ ਏਰੀਆ ਆਫ 1 ਟਾਇਲ। ਏਰੀਆ ਆਫ ਫਲੋਰ ਸਾਡੇ ਕੋਲ ਕਿੰਨਾ ਜੀ 1080 ਅਪੋਨ 1 ਟਾਇਲ ਦਾ ਏਰੀਆ ਆ ਗਿਆ ਸਾਡੇ ਕੋਲ 0.024। ਤਾਂ ਸਿੰਪਲ ਹੈ, ਦੇਖੋ ਕੀ ਕਰਾਂਗੇ ਅਸੀਂ 1080 ਅਪੋਨ 0.024। ਇਸ ਦੇ ਨੀਚੇ ਇੱਕ ਹੋਰ ਲਾਈਨ ਮਾਰਾਂਗੇ, ਇਹ ਪੁਆਇੰਟ ਦਾ ਦੇਖੋ ਕੀ ਬਣ ਗਿਆ 1 ਬਣ ਗਿਆ। ਅੱਗੇ 3 ਡਿਜਿਟ ਹੈ ਤਾਂ ਅਸੀਂ ਕੀ ਕਰਾਂਗੇ ਇੱਥੇ 3 ਜ਼ੀਰੋ ਲਗਾ ਦਾਂਗੇ। ਫਿਰ ਅਸੀਂ ਨੈਕਸਟ ਕੀ ਕਰਾਂਗੇ 1080 ਅਪੋਨ 24 ਮਲਟੀਪਲਾਈ ਜਿਹੜਾ 1000 ਹੈ ਇਸ ਨੂੰ ਅਸੀਂ ਉੱਪਰ ਲੈ ਜਾਵਾਂਗੇ 1000। ਠੀਕ ਹੈ ਜੀ। ਹੁਣ ਇਸ ਦੀ ਕਟਿੰਗ ਕਰਾਂਗੇ ਅਸੀਂ। ਆਪਾਂ ਛੋਟੇ ਤੋਂ ਸਟਾਰਟ ਕਰਦੇ ਹਾਂ। 2 ਦੇ ਟੇਬਲ 'ਚ 24 ਕਿੱਥੇ ਆਇਆ 12 ਤੇ 2 ਦੇ ਟੇਬਲ 'ਚ 1080 ਡਿਵਾਈਡ ਕੀਤਾ ਤਾਂ ਸਾਡੇ ਕੋਲ ਆਨਸਰ ਆਇਆ 540। ਫਿਰ ਇਸ ਨੂੰ 2 ਨਾਲ ਡਿਵਾਈਡ ਕੀਤਾ 2 6 ਦਾ 12 ਔਰ 540 ਡਿਵਾਈਡ ਕਰਕੇ ਆ ਗਿਆ ਸਾਡੇ ਕੋਲ 270। ਫਿਰ ਇਸ ਨੂੰ 2 ਦੇ ਟੇਬਲ ਡਿਵਾਈਡ ਕੀਤਾ 2 3 ਦਾ ਐਂਡ ਇਸ ਨੂੰ ਕੀਤਾ 135। ਹੁਣ ਦੇਖੋ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਜਿਹੜਾ 3 ਦੇ ਟੇਬਲ ਦੇ ਵਿੱਚ 135 ਆਉਂਦਾ ਕਿ ਨਹੀਂ। ਤਾਂ ਤੁਸੀਂ ਕੀ ਕਰੋਗੇ ਦੇਖੋ 135 ਦੇ ਵਿੱਚ ਜਿਹੜੇ ਡਿਜਿਟ ਨੇ 1 + 3 + 5 ਇਹਨਾਂ ਨੂੰ ਪਲੱਸ ਕਰ ਦੋਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ ਇੱਥੇ 9। ਹੁਣ ਜਿਹੜਾ ਪਲੱਸ ਕਰਕੇ ਸਾਡੇ ਕੋਲ ਆਨਸਰ ਆਇਆ ਇੱਥੇ 9। ਜੇ ਇਹ 3 ਦੇ ਟੇਬਲ ਤੇ ਆਉਂਦਾ ਤਾਂ ਕੀ ਹੋਏਗਾ 135 ਵੀ 3 ਦੇ ਟੇਬਲ ਤੇ ਜ਼ਰੂਰ ਆਏਗਾ। ਤਾਂ ਅਸੀਂ ਕੀ ਕਰਾਂਗੇ ਇੱਥੇ ਡਿਵਾਈਡ ਕਰਕੇ ਦੇਖ ਲੈਂਦੇ ਆ 135 3 ਬਾਰ 3 4 ਦਾ 12 1 5 3 5 ਦਾ 15। ਤਾਂ ਦੇਖੋ 3 ਦੇ ਟੇਬਲ 'ਚ 135 ਕਿੱਥੇ ਆ ਗਿਆ 45। ਤਾਂ ਹੁਣ 45 ਨੂੰ 1000 ਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 45000। ਯਾਨੀ ਅਸੀਂ ਕੀ ਕੱਢਿਆ ਇਹ ਨੰਬਰ ਆਫ
ਟਾਇਲ ਇੱਥੇ ਪਿੱਛੇ ਲਿਖ ਦਾਂਗੇ ਟਾਇਲ ਜਿਹੜੀਆਂ ਅਸੀਂ ਇਹ ਕੱਢੀਆਂ ਨੇ। ਨੈਕਸਟ ਲਾਸਟ ਕੁਐਸਚਨ ਆ ਸਾਡੇ ਕੋਲ ਇਹਦੇ ਵਿੱਚ, ਐਨ ਆਂਟ ਇਜ਼ ਮੂਵਿੰਗ ਅਰਾਊਂਡ ਅ ਫਿਊ ਫੂਡ ਪੀਸਿਸ ਆਫ ਡਿਫਰੈਂਟ ਸ਼ੇਪਸ। ਕਹਿੰਦਾ ਇੱਕ ਕੀੜੀ ਹੈ, ਉਹ ਇੱਕ ਖਾਣੇ ਦੇ ਅਲੱਗ-ਅਲੱਗ ਸ਼ੇਪ ਜਿਹੜੀਆਂ ਦੇਖੋ ਇੱਥੇ ਬਣੀਆਂ ਹੋਈਆਂ ਉਸਦੇ ਆਲੇ ਦੁਆਲੇ ਉਹ ਘੁੰਮ ਰਹੀ ਹੈ ਔਨ ਦਾ ਫਲੋਰ। ਔਰ ਵਿਚ ਫੂਡ ਪੀਸ ਵੁੱਡ ਦਾ ਆਂਟ ਹੈਵ ਟੂ ਟੇਕ ਅ ਲੌਂਗਰ ਰਾਉਂਡ। ਕਹਿੰਦੇ ਕਿਹੜੀ ਸ਼ੇਪ ਦੇ ਵਿੱਚ ਉਹ ਜ਼ਿਆਦਾ ਟਾਈਮ ਲਗਾਉਂਦੀ ਹੈ ਘੁੰਮਣ ਦੇ ਵਿੱਚ। ਰਿਮੈਂਬਰ ਕਹਿੰਦਾ ਇਹ ਗੱਲ ਯਾਦ ਰੱਖੋ, the circumference of a circle can be obtained by using the expression c is equal to 2 pi r। ਕਹਿੰਦੇ ਜਿਹੜਾ ਸਰਕਲ ਦਾ ਸਰਕਮਫਰੈਂਸ ਹੈ ਯਾਨੀ ਘੇਰਾ, ਜਿਹੜਾ ਚੱਕਰ ਦਾ ਜਿਹੜਾ ਘੇਰਾ ਹੈ ਉਹ ਕਿੰਨਾ ਹੈ 2 pi r, where r is the radius of the circle। ਤੇ ਜਿਹੜਾ ਰੇਡੀਅਸ ਆ ਉਸ ਨੂੰ ਤੁਸੀਂ r ਮੰਨਣਾ। ਦੇਖੋ ਪਹਿਲਾਂ ਅਸੀਂ a ਵਾਲੀ ਸ਼ੇਪ ਲਗਾਵਾਂਗੇ। ਇਹਦੇ ਵਿੱਚ ਦੇਖੋ ਧਿਆਨ ਨਾਲ ਇਹ ਕਿਹੜੀ ਸ਼ੇਪ ਆ, ਦੇਖੋ ਇਹ ਸੈਮੀ ਸਰਕਲ ਦੀ ਸ਼ੇਪ ਹੈ ਯਾਨੀ ਅੱਧਾ ਚੱਕਰ ਦਿੱਤਾ ਹੋਇਆ। ਇੱਥੇ ਲਿਖਾਂਗੇ ਅਸੀਂ ਪੈਰੀਮੀਟਰ ਆਫ ਸੈਮੀ ਸਰਕਲ, ਅਰਧ ਚੱਕਰ ਦਾ ਪਰਿਮਾਪ ਇਜ਼ ਇਕੁਅਲ ਟੂ ਪਾਈ ਆਰ। ਵੈਲਿਊ ਭਰ ਦਾਂਗੇ 22.7 ਮਲਟੀਪਲਾਈ। ਦੇਖੋ ਹੁਣ r ਦੀ ਵੈਲਿਊ ਇੱਥੇ ਕੀ ਹੋਏਗੀ, ਦੇਖੋ ਜੇ ਅਸੀਂ ਇੱਥੇ ਸਰਕਲ ਨੂੰ ਇੱਥੇ ਪੂਰਾ ਕੰਪਲੀਟ ਕਰ ਦਈਏ ਤਾਂ ਇਹ ਸੈਂਟਰ ਦੇ ਵਿੱਚ ਕੀ ਬਣ ਗਿਆ ਸਾਡੇ ਕੋਲ ਇਹ ਡਾਇਆਮੀਟਰ ਸਾਨੂੰ ਦਿੱਤਾ ਉਸਨੇ 2.8 ਸੈਂਟੀਮੀਟਰ, ਤਾਂ ਇਹਦਾ ਅਸੀਂ ਹਾਫ ਕਰ ਦਾਂਗੇ। 2.8 ਦਾ ਹਾਫ ਕਰਾਂਗੇ ਤਾਂ ਆਨਸਰ ਕਿੰਨਾ ਆਏਗਾ ਸਾਡੇ ਕੋਲ। ਇਸ ਨੂੰ ਤੁਸੀਂ ਇਦਾਂ ਕਟਿੰਗ ਕਰਕੇ ਵੀ ਲਿਖ ਸਕਦੇ ਹੋ 1.4, ਜਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ। ਪੁਆਇੰਟ ਦਾ ਇੱਥੇ 1 ਬਣ ਗਿਆ ਔਰ ਇੱਕ ਡਿਜਿਟ ਇੱਥੇ 0 ਬਣ ਗਈ, ਇਹ ਮਲਟੀਪਲਾਈ ਹੋ ਗਿਆ ਇੱਥੇ। ਇਸ ਨੂੰ ਅਸੀਂ ਕਟਿੰਗ ਕਰ ਸਕਦੇ ਹੋ 2 5 ਦਾ 2 7 ਦਾ, ਜਾਂ 7.5 ਆ ਗਿਆ ਇੱਥੇ, ਤੁਸੀਂ ਇਹ ਵੀ ਲਿਖ ਸਕਦੇ ਹੋ। ਇੱਥੇ 7.5 ਲਿਖਤਾ, 7 ਨਾਲ 7 ਕਟਿੰਗ ਹੋ ਗਈ 22.5। ਇਸ ਨੂੰ ਅਸੀਂ ਡਿਵਾਈਡ ਕਰ ਦਾਂਗੇ 5 4 ਦਾ 20, 2 5 ਦੇ ਟੇਬਲ 2 ਨਹੀਂ ਆਉਂਦਾ ਇੱਥੇ, ਪੁਆਇੰਟ ਇੱਥੇ 0, 5 4 ਦਾ 20, ਤਾਂ ਆਨਸਰ ਆ ਗਿਆ ਸਾਡੇ ਕੋਲ 4.4। ਦੇਖੋ 4.4 ਆ ਗਿਆ ਸਾਡੇ ਕੋਲ ਇਸ ਉੱਪਰ ਵਾਲੇ ਸਰਕਲ ਦਾ। ਔਰ ਨੀਚੇ ਜਿਹੜਾ ਸਾਡੇ ਕੋਲ ਇੱਥੇ ਦਿਖ ਨਹੀਂ ਰਿਹਾ ਸੀ ਉਸਦਾ ਨਾਲ ਇੱਥੇ ਨੈਕਸਟ ਅਸੀਂ ਐਡ ਕਰ ਦਾਂਗੇ 4.4, ਯਾਨੀ ਇੱਥੇ ਟੋਟਲ ਹੋ ਜਾਏਗਾ ਸਾਡੇ ਕੋਲ 4.4 ਪਲੱਸ 2.8। ਇਸ 2.8 ਨੂੰ ਬਾਕੀ ਅਸੀਂ ਐਡ ਕਰ ਦਾਂਗੇ ਤਾਂ ਸਾਡੇ ਕੋਲ ਆ ਜਾਏਗਾ 7.2 ਮੀਟਰ। ਨੈਕਸਟ ਸਾਡੇ ਕੋਲ ਸ਼ੇਪ ਦਿੱਤੀ ਹੋਈ ਹੈ ਇਸ ਤਰੀਕੇ ਦੀ। ਇਹਦੇ ਵਿੱਚ ਵੀ ਉਸ ਤਰ੍ਹਾਂ ਦੀ ਫਾਰਮੂਲਾ ਲਗਾਵਾਂਗੇ, ਪੈਰੀਮੀਟਰ ਆਫ ਸੈਮੀ ਸਰਕਲ ਇਜ਼ ਇਕੁਅਲ ਟੂ ਪਾਈ ਆਰ। ਪਾਈ ਦੀ ਵੈਲਿਊ 22.7 ਮਲਟੀਪਲਾਈ, ਇਹਦੇ ਵਿੱਚ ਵੀ ਦੇਖੋ ਜਿਹੜਾ ਡਾਇਆਮੀਟਰ ਹੈ 2.8 ਹੈ ਐਂਡ ਆਰ ਦੀ ਵੈਲਿਊ ਆ ਗਈ ਸਾਡੇ ਕੋਲ 1.4। ਇਹਦੇ ਵਿੱਚ ਕੁਝ ਨਹੀਂ, ਪੁਆਇੰਟ ਦਾ 1 ਇੱਥੇ ਇੱਕ ਡਿਜਿਟ, ਇਸ ਦੀ ਕਟਿੰਗ ਹੋ ਜਾਏਗੀ 7 2 ਦਾ 14 ਮਲਟੀਪਲਾਈ ਕਰਕੇ ਆ ਜਾਏਗਾ 44.10। ਨੀਚੇ ਇੱਕ 0 ਹੈ ਤਾਂ ਅਸੀਂ ਕੀ ਕਰਾਂਗੇ, ਇੱਕ ਡਿਜਿਟ ਛੱਡ ਕੇ ਪੁਆਇੰਟ ਲਗਾ ਦਾਂਗੇ 4.4 ਸੈਂਟੀਮੀਟਰ। ਹੁਣ ਅਸੀਂ ਟੋਟਲ ਕੱਢਣਾ ਹੈ ਤਾਂ ਟੋਟਲ ਕਿੰਨਾ ਹੋ ਜਾਏਗਾ 4.4 ਪਲੱਸ ਦੇਖੋ ਇੱਥੇ 1.5 ਸੈਂਟੀਮੀਟਰ ਇੱਕ ਇਹ ਦਿੱਤੀ ਹੋਈ ਹੈ ਸਾਨੂੰ, ਪਲੱਸ 2.8 ਇਹ ਵਾਲੀ। ਦੇਖੋ ਜੀ ਸਾਡੇ ਕੋਲ ਇੱਕ ਜਿਹੜੀ ਹੈ 1.5 ਦਿੱਤੀ ਹੈ ਤਾਂ ਸਾਡੇ ਕੋਲ ਦੂਜੀ ਸਾਈਡ ਵੀ ਕਿੰਨੀ ਹੋਈ 1.5। ਤਾਂ ਇਸ ਨੂੰ ਅਸੀਂ ਪਲੱਸ ਕਰ ਲਾਂਗੇ। ਪਲੱਸ ਕਰਨ ਦਾ ਤਰੀਕਾ ਉਸ ਤਰ੍ਹਾਂ ਹੀ 4.4 ਪੁਆਇੰਟ ਦੇ ਥੱਲੇ ਬਸ ਪੁਆਇੰਟ ਲਗਾਈ ਜਾਣਾ ਤੁਸੀਂ 2.8 ਪਲੱਸ 1.5, ਇਸ ਨੂੰ ਪਲੱਸ ਕਰੋਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 10.2 ਸੈਂਟੀਮੀਟਰ। ਨੈਕਸਟ ਸਾਡੇ ਕੋਲ ਸ਼ੇਪ ਦੇਖੋ ਇਹ ਵਾਲੀ ਹੈ। ਇਹਦੇ ਵਿੱਚ ਵੀ ਸੇਮ ਅਸੀਂ ਪੈਰੀਮੀਟਰ ਆਫ ਸੈਮੀ ਸਰਕਲ ਇਜ਼ ਇਕੁਅਲ ਟੂ ਪਾਈ ਆਰ 22.7 ਮਲਟੀਪਲਾਈ 1.4। ਇਸ ਨੂੰ ਸੋਲਵ ਕਰ ਦਾਂਗੇ ਤਾਂ ਤੁਹਾਨੂੰ ਪਤਾ ਹੀ ਆਨਸਰ ਕਿੰਨਾ ਆਏਗਾ 4.4 ਸੈਂਟੀਮੀਟਰ। ਫਿਰ ਇੱਥੇ ਲਿਖਾਂਗੇ ਟੋਟਲ 4 ਇਜ਼ ਇਕੁਅਲ ਟੂ 4.4 ਪਲੱਸ, ਹੁਣ ਸਾਡੇ ਕੋਲ ਕੀ ਬਚਿਆ ਦੇਖੋ ਇੱਕ 2 ਐਂਡ ਇਹ ਵਾਲਾ 2 ਪਲੱਸ 2 4.4 ਪਲੱਸ 4। ਹੁਣ ਇਸ ਨੂੰ ਪੁਆਇੰਟ ਵਾਲੇ ਨੂੰ ਕਿਵੇਂ ਪਲੱਸ ਕਰਨਾ ਮੈਂ ਪਹਿਲਾਂ ਹੀ ਦੱਸਿਆ ਤੁਹਾਡੇ ਕੋਲ 4 ਫਿਰ ਨੀਚੇ 4.4, ਇਸ ਤਰ੍ਹਾਂ ਤੁਸੀਂ ਇਹਨੂੰ ਪਲੱਸ ਕਰੋਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 8.4 ਸੈਂਟੀਮੀਟਰ। ਤਾਂ ਸਾਡੇ ਕੋਲ ਪਹਿਲੀ ਵੈਲਿਊ ਆਈ ਸੀਗੀ A ਦੀ 7.2 ਸੈਂਟੀਮੀਟਰ, B ਦੀ ਆਈ ਸੀਗੀ 10.2 ਸੈਂਟੀਮੀਟਰ ਐਂਡ C ਦੀ ਆਈ ਹੈ ਸਾਡੇ ਕੋਲ 8.4। ਤਾਂ ਜਿਸ ਦਾ ਏਰੀਆ ਜ਼ਿਆਦਾ ਉਸਤੇ ਹੀ ਜਿਹੜੀ ਆਂਟ ਹੈ ਕੀੜੀ ਹੈ ਉਹ ਜ਼ਿਆਦਾ ਘੁੰਮੀ ਹੋਏਗੀ ਤਾਂ ਆਨਸਰ ਹੋਏਗਾ ਸਾਡੇ ਕੋਲ B 10.2 ਸੈਂਟੀਮੀਟਰ। ਤਾਂ ਇੱਥੇ ਅਸੀਂ ਲਿਖਾਂਗੇ therefore second shape of food piece take a longer round। ਦੂਜੇ ਚਿੱਤਰ ਵਿੱਚ ਕੀੜੀ ਜਿਹੜੀ ਹੈਗੀ ਆ ਉਹ ਵੱਧ ਸਮਾਂ ਲੈਂਦੀ ਹੈ। ਸੋ ਇਹ ਸੀ ਜੀ ਸਾਡਾ ਚੈਪਟਰ ਨੰਬਰ 11 ਮੈਂਸੂਰੇਸ਼ਨ ਯਾਨੀ ਖੇਤਰ ਮਿਤੀ। ਆਈ ਹੋਪ ਤੁਹਾਨੂੰ ਇਹ ਕੁਐਸਚਨ ਜਿਹੜੇ ਨੇ ਬੜੇ ਈਜ਼ੀ ਤਰੀਕੇ ਨਾਲ ਸਮਝ ਆ ਗਏ ਹੋਣਗੇ। ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਇਸ ਨੂੰ ਸ਼ੇਅਰ ਕਰਿਓ ਤਾਂ ਜੋ ਦੂਜੇ ਸਟੂਡੈਂਟ ਦੀ ਵੀ ਹੈਲਪ ਹੋ ਸਕੇ। ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।